ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਜੇਕਰ ਪੀਐਸਟੀਈਟੀ ਦੀ ਤਿਆਰੀ ਪੂਰੇ ਜ਼ੋਰਾਂ ਤੇ ਚੱਲ ਰਹੀ ਹੈ ਤਾਂ ਤੁਸੀਂ ਬਿਲਕੁਲ ਸਹੀ ਥਾਂ ਤੇ ਹੋ। ਅੱਜ ਆਪਾਂ ਚਾਈਲਡ ਡਿਵੈਲਪਮੈਂਟ ਤੇ ਪੈਡਾਗੋਜੀ ਦਾ ਉਹ ਟੌਪਿਕ ਕਰਾਂਗੇ ਜਿਹੜਾ ਪੇਪਰ ਦੀ ਜੜ ਹੈ, ਬਾਲ ਵਿਕਾਸ ਤੇ ਵਾਧਾ। ਚਲੋ ਫਿਰ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਤੇ ਸਭ ਤੋਂ ਵੱਡਾ ਸਵਾਲ, ਪੀਐਸਟੀਈਟੀ ਵਿੱਚੋਂ ਚੰਗੇ ਨੰਬਰ ਕਿਵੇਂ ਆਉਣਗੇ? ਜਵਾਬ ਬਹੁਤ ਸੌਖਾ ਹੈ। ਜੇਕਰ ਬੱਚੇ ਦੇ ਵਧਣ ਤੇ ਵਿਕਸਿਤ ਹੋਣ ਦੀ ਕਹਾਣੀ ਨੂੰ ਸਮਝ ਲਿਆ ਨਾ, ਤਾਂ ਸਮਝੋ ਅੱਧਾ ਪੇਪਰ ਤਾਂ ਆਪਣੀ ਜੇਬ 'ਚ ਹੈ। ਆਪ ਦੇਖੋ, ਇਹ ਇੱਕ ਬਹੁਤ ਹੀ ਬੇਸਿਕ ਪਰ ਜ਼ਰੂਰੀ ਚੀਜ਼ ਹੈ। ਵਾਧਾ ਯਾਨੀ ਗਰੋਥ, ਜਿਵੇਂ ਕੱਦ ਦਾ ਵਧਣਾ, ਭਾਰ ਦਾ ਵਧਣਾ, ਇਹ ਵਿਕਾਸ ਯਾਨੀ ਡਿਵੈਲਪਮੈਂਟ ਦੇ ਵੱਡੇ ਘੇਰੇ ਦਾ ਇੱਕ ਛੋਟਾ ਜਿਹਾ ਹਿੱਸਾ ਹੈ। ਵਿਕਾਸ ਇਸ ਤੋਂ ਬਹੁਤ ਵੱਡਾ ਸੰਕਲਪ ਹੈ, ਜਿਸ ਵਿੱਚ ਸਰੀਰ, ਦਿਮਾਗ, ਸਮਾਜ ਤੇ ਭਾਵਨਾਵਾਂ ਸਭ ਕੁਝ ਆ ਜਾਂਦਾ ਹੈ। ਸੋ ਯਾਦ ਰੱਖਣਾ, ਵਾਧਾ ਸਿਰਫ ਇੱਕ ਪੱਖ ਹੈ, ਵਿਕਾਸ ਪੂਰੀ ਤਸਵੀਰ ਹੈ। ਇਹ ਫਰਕ ਪੇਪਰ ਲਈ ਬਹੁਤ ਜ਼ਰੂਰੀ ਹੈ। ਤਾਂ ਚਲੋ ਹੁਣ ਵਿਕਾਸ ਦੇ ਇਹਨਾਂ 4 ਮੇਨ ਪਿਲਰਾਂ ਨੂੰ ਸਮਝਦੇ ਹਾਂ। ਇਹੀ ਉਹ 4 ਨੀਹਾਂ ਨੇ ਜਿਨ੍ਹਾਂ ਤੇ ਬਾਲ ਮਨੋਵਿਗਿਆਨ ਦੀ ਪੂਰੀ ਇਮਾਰਤ ਖੜੀ ਹੈ। ਤੇ ਹਾਂ, ਪੇਪਰ 1 ਤੇ ਪੇਪਰ 2 ਦੋਵਾਂ ਲਈ ਇਹ ਬਰਾਬਰ ਦੇ ਜ਼ਰੂਰੀ ਨੇ। ਅੱਛਾ, ਇਹਨਾਂ ਥਿਊਰੀਆਂ ਨੂੰ ਥੋੜਾ ਸੌਖਾ ਬਣਾਉਣ ਲਈ ਆਪਾਂ ਇੱਕ ਕਿਰਦਾਰ ਦੀ ਮਦਦ ਲਵਾਂਗੇ, ਜੈਲਾ। ਆਪਾਂ ਜੈਲਾ ਦੀ ਜ਼ਿੰਦਗੀ ਦੇ ਸਫ਼ਰ ਨੂੰ ਦੇਖਾਂਗੇ ਕਿ ਉਹ ਇਹਨਾਂ 4 ਵਿਕਾਸ ਦੇ ਪੜਾਵਾਂ 'ਚੋਂ ਕਿਵੇਂ ਲੰਘਦਾ ਹੈ। ਇਸ ਤਰ੍ਹਾਂ ਸਭ ਕੁਝ ਆਸਾਨੀ ਨਾਲ ਯਾਦ ਹੋ ਜਾਵੇਗਾ। ਓਕੇ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸਰੀਰਕ ਵਿਕਾਸ ਦੀ। ਇੱਥੋਂ ਨਾ ਮੋਟਰ ਸਕਿੱਲਸ ਯਾਨੀ ਗਤੀ ਕੌਸ਼ਲ ਬਾਰੇ ਸਵਾਲ ਪੱਕਾ ਹੀ ਆਉਂਦਾ ਹੈ, ਇਸ ਲਈ ਇਸ ਨੂੰ ਬੜੇ ਧਿਆਨ ਨਾਲ ਸਮਝਣਾ। ਤਾਂ 2 ਤਰ੍ਹਾਂ ਦੇ ਕੌਸ਼ਲ ਹੁੰਦੇ ਨੇ। ਇੱਕ ਗ੍ਰੌਸ ਮੋਟਰ ਸਕਿੱਲਸ, ਜਿੱਥੇ ਵੱਡੀਆਂ ਮਾਸਪੇਸ਼ੀਆਂ ਮਤਲਬ ਲੱਤਾਂ ਬਾਹਾਂ ਦੀ ਵਰਤੋਂ ਹੁੰਦੀ ਹੈ, ਜਿਵੇਂ ਭੱਜਣਾ, ਟੱਪਣਾ। ਦੂਜੇ ਪਾਸੇ ਨੇ ਫਾਈਨ ਮੋਟਰ ਸਕਿੱਲਸ, ਜਿੱਥੇ ਛੋਟੀਆਂ ਮਾਸਪੇਸ਼ੀਆਂ ਜਿਵੇਂ ਉਂਗਲਾਂ ਦਾ ਕੰਮ ਹੁੰਦਾ ਹੈ, ਲਿਖਣਾ, ਬਟਨ ਬੰਦ ਕਰਨਾ। ਸੋਚ ਕੇ ਦੇਖੋ, ਬੱਚਾ ਪਹਿਲਾਂ ਭੱਜਣਾ ਨੱਠਣਾ ਸਿੱਖਦਾ ਹੈ ਤੇ ਫਿਰ ਕਿਤੇ ਜਾ ਕੇ ਪੈਨਸਲ ਫੜਨ ਵਰਗੇ ਬਰੀਕ ਕੰਮ ਕਰਨਾ ਸਿੱਖਦਾ ਹੈ। ਤੇ ਇਹੀ ਗੱਲ ਇਸ ਸਿਧਾਂਤ ਨੂੰ ਪੱਕਾ ਕਰਦੀ ਹੈ ਕਿ ਵਿਕਾਸ ਹਮੇਸ਼ਾ ਜਨਰਲ ਤੋਂ ਸਪੈਸੀਫਿਕ ਯਾਨੀ ਆਮ ਤੋਂ ਖਾਸ ਵੱਲ ਨੂੰ ਜਾਂਦਾ ਹੈ। ਜਿਵੇਂ ਜੈਲਾ ਪਹਿਲਾਂ ਪੂਰੀ ਬਾਂਹ ਹਿਲਾਉਂਦਾ ਹੈ, ਜੋ ਇੱਕ ਗ੍ਰੋਸ ਸਕਿੱਲ ਹੈ, ਤੇ ਬਾਅਦ ਵਿੱਚ ਜਾ ਕੇ ਉਂਗਲੀਆਂ ਨਾਲ ਬਰੀਕੀ 'ਚ ਲਿਖਣਾ ਸਿੱਖਦਾ ਹੈ, ਜੋ ਕਿ ਫਾਈਨ ਸਕਿੱਲ ਹੈ। ਇਹ ਸਿਧਾਂਤ ਪੀਐਸਟੀ 'ਚ ਸਿੱਧਾ ਪੁੱਛਿਆ ਜਾਂਦਾ ਹੈ, ਇਸ ਲਈ ਇਸ ਨੂੰ ਪੱਲੇ ਬੰਨ੍ਹ ਲਓ। ਚਲੋ, ਜਿਵੇਂ ਸਰੀਰ ਵੱਡਾ ਹੁੰਦਾ ਹੈ, ਉਵੇਂ ਹੀ ਦਿਮਾਗ ਵੀ ਤਾਂ ਵਿਕਸਿਤ ਹੁੰਦਾ ਹੈ ਨਾ। ਤਾਂ ਆਓ ਹੁਣ ਗੱਲ ਕਰੀਏ ਦੂਜੇ ਥੰਬ ਦੀ, ਬੋਧਾਤਮਕ ਵਿਕਾਸ। ਇਹ ਪੂਰੀ ਤਰ੍ਹਾਂ ਸੋਚਣ ਤੇ ਸਮਝਣ ਦੀ ਸ਼ਕਤੀ ਨਾਲ ਜੁੜਿਆ ਹੋਇਆ ਹੈ। ਇਸ ਵਿੱਚ ਯਾਦਾਸ਼ਤ, ਤਰਕ ਕਰਨਾ, ਕੋਈ ਸਮੱਸਿਆ ਸੁਲਝਾਉਣਾ, ਭਾਸ਼ਾ, ਸਭ ਕੁਝ ਆ ਜਾਂਦਾ ਹੈ। ਜਿਵੇਂ ਜਦੋਂ ਜੈਲਾ ਹਰ ਗੱਲ ਤੇ ਕਿਉਂ ਪੁੱਛਣਾ ਸ਼ੁਰੂ ਕਰ ਦਿੰਦਾ ਹੈ, ਜਾਂ ਜਦੋਂ ਉਹਨੂੰ ਚਾਚਾ ਤੇ ਤਾਇਆ ਦਾ ਫਰਕ ਸਮਝ ਆ ਜਾਂਦਾ ਹੈ, ਤਾਂ ਅਸਲ ਵਿੱਚ ਉਸ ਦਾ ਬੋਧਾਤਮਕ ਵਿਕਾਸ ਹੋ ਰਿਹਾ ਹੁੰਦਾ ਹੈ। ਤੇ ਜਦੋਂ ਵੀ ਬੋਧਾਤਮਕ ਵਿਕਾਸ ਦੀ ਗੱਲ ਹੋਵੇ, ਇੱਕ ਨਾਂ ਹਮੇਸ਼ਾ ਯਾਦ ਰੱਖਣਾ, ਜੀਨ ਪਿਆਜੇ। ਪੀਐਸਟੀਈਟੀ ਲਈ ਜੀਨ ਪਿਆਜੇ ਦੀ ਥਿਊਰੀ ਬਹੁਤ ਜ਼ਰੂਰੀ ਹੈ, ਖਾਸ ਕਰਕੇ ਉਹਦੀਆਂ 4 ਸਟੇਜਾਂ: ਸੈਂਸਰੀ ਮੋਟਰ, ਪ੍ਰੀ ਆਪਰੇਸ਼ਨਲ, ਕੰਕਰੀਟ ਆਪਰੇਸ਼ਨਲ ਤੇ ਫਾਰਮਲ ਆਪਰੇਸ਼ਨਲ। ਬਸ ਇਹਨਾਂ 'ਚੋਂ ਸਵਾਲ ਬਣਨਾ ਤੈਅ ਹੈ, ਇਸ ਲਈ ਇਹਨਾਂ ਨੂੰ ਚੰਗੀ ਤਰ੍ਹਾਂ ਸਮਝ ਲੈਣਾ। ਹੁਣ ਜਦੋਂ ਬੱਚਾ ਸੋਚਣਾ ਸਿੱਖ ਗਿਆ, ਤਾਂ ਉਹ ਆਲੇ-ਦੁਆਲੇ ਦੇ ਲੋਕਾਂ ਨਾਲ ਰਹਿਣਾ ਤੇ ਆਪਣੀਆਂ ਭਾਵਨਾਵਾਂ ਨੂੰ ਕੰਟਰੋਲ ਕਰਨਾ ਵੀ ਸਿੱਖੇਗਾ। ਇਹੀ ਸਾਡੇ ਅਗਲੇ 2 ਥੰਮ ਨੇ, ਸਮਾਜਿਕ ਤੇ ਭਾਵਨਾਤਮਕ ਵਿਕਾਸ। ਦੇਖੋ, ਸਮਾਜਿਕ ਵਿਕਾਸ ਦਾ ਮਤਲਬ ਹੈ ਸਮਾਜ ਦੇ ਨਿਯਮ ਸਿੱਖਣਾ, ਚੀਜ਼ਾਂ ਵੰਡਣੀਆਂ, ਜਿਵੇਂ ਜੈਲਾ ਆਪਣੇ ਖਿਡੌਣੇ ਦੋਸਤਾਂ ਨਾਲ ਸ਼ੇਅਰ ਕਰਨਾ ਸਿੱਖਦਾ ਹੈ। ਤੇ ਭਾਵਨਾਤਮਕ ਵਿਕਾਸ ਦਾ ਮਤਲਬ ਹੈ ਆਪਣੇ ਗੁੱਸੇ ਤੇ ਕਾਬੂ ਪਾਉਣਾ, ਖੁਸ਼ੀ-ਗਮੀ ਨੂੰ ਮਹਿਸੂਸ ਕਰਨਾ। ਜਿਵੇਂ ਜੈਲਾ ਨੂੰ ਪਤਾ ਲੱਗ ਜਾਂਦਾ ਹੈ ਕਿ ਅੱਗ ਨੂੰ ਹੱਥ ਲਾਉਣ ਤੋਂ ਡਰ ਲੱਗਦਾ ਹੈ, ਇਸ ਲਈ ਉਹ ਦੂਰ ਰਹਿੰਦਾ ਹੈ। ਤਾਂ ਫਿਰ ਸਭ ਤੋਂ ਜ਼ਰੂਰੀ ਗੱਲ ਕੀ ਨਿਕਲੀ? ਇਹੀ ਕਿ ਇਹ 4 ਥੰਬ ਸਰੀਰਕ, ਬੋਧਾਤਮਕ, ਸਮਾਜਿਕ ਤੇ ਭਾਵਨਾਤਮਕ ਆਪਸ ਵਿੱਚ ਜੁੜੇ ਹੋਏ ਨੇ। ਜੇ ਇੱਕ ਬੱਚਾ ਸਰੀਰਕ ਤੌਰ ਤੇ ਠੀਕ ਨਹੀਂ ਹੈ, ਤਾਂ ਉਸ ਦਾ ਦਿਮਾਗੀ ਤੇ ਸਮਾਜਿਕ ਵਿਕਾਸ ਵੀ ਪਿੱਛੇ ਰਹਿ ਸਕਦਾ ਹੈ। ਇਸੇ ਕਰਕੇ ਚੰਗੇ ਸਕੂਲਾਂ ਵਿੱਚ ਸਿਰਫ ਪੜ੍ਹਾਈ ਹੀ ਨਹੀਂ, ਖੇਡਾਂ ਤੇ ਦੂਜੀਆਂ ਗਤੀਵਿਧੀਆਂ ਤੇ ਵੀ ਪੂਰਾ ਜ਼ੋਰ ਦਿੱਤਾ ਜਾਂਦਾ ਹੈ। ਤਾਂ ਸਵਾਲ ਇਹ ਹੈ ਕਿ ਇਹ 4 ਵਿਕਾਸ ਇਕੱਠੇ ਹੁੰਦੇ ਕਿਵੇਂ ਨੇ? ਇਹ ਬੱਚੇ ਦੀ ਉਮਰ ਦੇ ਹਿਸਾਬ ਨਾਲ ਅਲੱਗ-ਅਲੱਗ ਪੜਾਵਾਂ ਵਿੱਚ ਹੁੰਦੇ ਨੇ। ਚਲੋ ਹੁਣ ਵਿਕਾਸ ਦੀ ਇਸ ਟਾਈਮਲਾਈਨ ਤੇ ਇੱਕ ਨਜ਼ਰ ਮਾਰਦੇ ਹਾਂ। ਮੋٹے ਤੌਰ ਤੇ ਵਿਕਾਸ ਦੇ 5 ਪੜਾਅ ਨੇ। ਜਨਮ ਤੋਂ ਪਹਿਲਾਂ ਦਾ ਸਮਾਂ, ਫਿਰ 0 ਤੋਂ 2 ਸਾਲ ਤੱਕ ਸ਼ਿਸ਼ੂ ਅਵਸਥਾ, ਫਿਰ 2 ਤੋਂ 6 ਸਾਲ ਮੁੱਢਲੀ ਬਾਲ ਅਵਸਥਾ,
6 ਤੋਂ 12 ਸਾਲ ਬਾਅਦ ਵਾਲੀ ਬਾਲ ਅਵਸਥਾ ਤੇ ਆਖਿਰ ਵਿੱਚ 13 ਤੋਂ 19 ਸਾਲ ਤੱਕ ਕਿਸ਼ੋਰ ਅਵਸਥਾ। ਹਾਂ, ਵੱਖ-ਵੱਖ ਮਨੋਵਿਗਿਆਨੀ ਉਮਰ 'ਚ ਥੋੜਾ ਬਹੁਤ ਫਰਕ ਕਰ ਸਕਦੇ ਨੇ, ਪਰ ਢਾਂਚਾ ਹੀ ਰਹਿੰਦਾ ਹੈ। ਪੇਪਰ ਲਈ ਇਹ ਸ਼ਬਦ ਬਹੁਤ ਇੰਪੋਰਟੈਂਟ ਨੇ, ਇਹਨਾਂ ਨੂੰ ਨੋਟ ਕਰ ਲਓ। ਜਿਹੜੀ ਮੁੱਢਲੀ ਬਾਲ ਅਵਸਥਾ ਹੈ ਉਸ ਨੂੰ ਖਿਡੌਣਿਆਂ ਦੀ ਉਮਰ ਜਾਂ ਪ੍ਰੀ ਸਕੂਲ ਏਜ ਕਹਿੰਦੇ ਨੇ, ਤੇ ਜਿਹੜੀ ਬਾਅਦ ਵਾਲੀ ਬਾਲ ਅਵਸਥਾ ਹੈ ਉਸ ਨੂੰ ਸਕੂਲ ਏਜ ਤੇ ਸਭ ਤੋਂ ਮਸ਼ਹੂਰ ਗੈਂਗ ਏਜ ਕਿਹਾ ਜਾਂਦਾ ਹੈ। ਇਹਨਾਂ ਤੇ ਸਵਾਲ ਬਹੁਤ ਆਉਂਦੇ ਨੇ। ਤੇ ਫਿਰ ਆਉਂਦੀ ਹੈ ਕਿਸ਼ੋਰ ਅਵਸਥਾ। ਇਸ ਨੂੰ ਸਟੈਨਲੀ ਹਾਲ ਨੇ ਤੂਫਾਨ ਅਤੇ ਤਣਾਅ ਦਾ ਦੌਰ ਕਿਹਾ ਸੀ। ਇਸ ਉਮਰ ਵਿੱਚ ਬੱਚਾ ਆਪਣੀ ਪਹਿਚਾਣ ਲੱਭਦਾ ਹੈ। ਕਈ ਵਾਰ ਉਸ ਨੂੰ ਆਈਡੈਂਟੀਟੀ ਕ੍ਰਾਈਸਿਸ ਹੁੰਦਾ ਹੈ ਤੇ ਹੀਰੋ ਵਰਸ਼ਿਪ ਯਾਨੀ ਕਿਸੇ ਐਕਟਰ ਜਾਂ ਖਿਡਾਰੀ ਨੂੰ ਆਪਣਾ ਆਦਰਸ਼ ਮੰਨਣਾ ਬਹੁਤ ਆਮ ਗੱਲ ਹੈ। ਪੇਪਰ 2 ਲਈ ਇਹ ਸਟੇਜ ਖਾਸ ਤੌਰ ਤੇ ਜ਼ਰੂਰੀ ਹੈ। ਚਲੋ, ਬਹੁਤ ਹੋ ਗਈਆਂ ਥਿਉਰੀਆਂ, ਹੁਣ ਇੱਕ ਫਟਾਫਟ ਰਿਵੀਜ਼ਨ ਹੋ ਜਾਵੇ। ਆਪਾਂ ਉਹਨਾਂ ਮੇਨ ਪੁਆਇੰਟਸ ਨੂੰ ਦੁਹਰਾਵਾਂਗੇ ਜਿਹੜੇ ਸਿੱਧੇ ਪੇਪਰ 'ਚ ਪੁੱਛੇ ਜਾ ਸਕਦੇ ਨੇ। ਤੇ ਉਹ 5 ਸਭ ਤੋਂ ਜ਼ਰੂਰੀ ਤੱਥ ਕਿਹੜੇ ਦੇ? ਨੰਬਰ 1, ਵਾਧਾ ਵਿਕਾਸ ਦਾ ਇੱਕ ਹਿੱਸਾ ਹੈ। ਨੰਬਰ 2, ਵਿਕਾਸ ਹਮੇਸ਼ਾ ਆਮ ਤੋਂ ਖਾਸ ਵੱਲ ਜਾਂਦਾ ਹੈ। ਨੰਬਰ 3, ਮੁੱਢਲੀ ਬਾਲ ਅਵਸਥਾ ਵਿਕਾਸ ਲਈ ਇੱਕ ਬਹੁਤ ਹੀ ਸੰਵੇਦਨਸ਼ੀਲ ਦੌਰ ਹੁੰਦੀ ਹੈ। ਨੰਬਰ 4, ਕਿਸ਼ੋਰ ਅਵਸਥਾ ਤੂਫਾਨ ਅਤੇ ਤਣਾਅ ਦਾ ਪੜਾਅ ਹੈ। ਤੇ ਨੰਬਰ 5, ਇੱਕ ਸਾਇੰਸ ਦਾ ਫੈਕਟ, ਬੱਚੇ ਦਾ ਲਿੰਗ ਪਿਤਾ ਦੇ XY ਕ੍ਰੋਮੋਸੋਮਸ ਤੇ ਨਿਰਭਰ ਕਰਦਾ ਹੈ। ਤਾਂ ਹੁਣ ਜਦੋਂ ਇਹ ਸਮਝ ਆ ਗਿਆ ਕਿ ਵਿਕਾਸ ਕੀ ਹੈ ਤੇ ਕਦੋਂ ਹੁੰਦਾ ਹੈ, ਤਾਂ ਅਸਲ ਸਵਾਲ ਇਹ ਹੈ ਕਿ ਇੱਕ ਟੀਚਰ ਦੇ ਤੌਰ ਤੇ ਇਸ ਜਾਣਕਾਰੀ ਨੂੰ ਆਪਣੀ ਕਲਾਸ ਵਿੱਚ ਕਿਵੇਂ ਵਰਤਿਆ ਜਾਵੇਗਾ। ਇਸ ਤੇ ਸੋਚਣਾ ਹੀ ਇੱਕ ਚੰਗੇ ਅਧਿਆਪਕ ਬਣਨ ਵੱਲ ਪਹਿਲਾ ਕਦਮ ਹੈ। ਚੈਨਲ ਸਬਸਕ੍ਰਾਈਬ ਕਰੋ ਅੱਗੇ ਮਾਸਟਰ ਕੇਡਰ ਅਤੇ ਲੈਕਚਰਰ ਲਈ। ਯਾਦ ਰੱਖਣਾ, ਲਗਾਤਾਰ ਕੀਤੀ ਗਈ ਕੋਸ਼ਿਸ਼ ਹੀ ਟੀਚਿਆਂ ਤੇ ਹਕੀਕਤ ਦੇ ਵਿਚਕਾਰਲਾ ਪੁਲ ਬਣਦੀ ਹੈ। ਆਪਣੇ ਸੁਪਨੇ ਲਈ ਲੜਦੇ ਰਹੋ।